ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੂਰਨ ਸੋਈ ਸੰਤ ਜੀਵਨ ਸਾਖੀਆਂ। ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਲੜੀਵਾਰ। ਭਾਈ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਚਰਨ ਪਾਉਣੇ। ਭਲੱਥ ਇਲਾਕੇ ਦੇ ਹੀ ਭਾਈ ਅਵਤਾਰ ਸਿੰਘ ਪਿੰਡ ਹਮੀਰਾ ਜ਼ਿਲ੍ਹਾ ਕਪੂਰਥਲਾ ਵੀ ਬਾਬਾ ਜੀ ਦੇ ਬੜੇ ਸ਼ਰਧਾਲੂ ਸੰਗੀ ਸਨ। ਉਹਨਾਂ ਦੇ ਜੀਵਨ ਸਾਥੀ ਪਿੰਡ ਮਾਲਾ ਅੰਮ੍ਰਿਤਸਰ ਸਾਹਿਬ ਦੇ ਹੋਣ ਕਰਕੇ ਬਚਪਨ ਤੋਂ ਹੀ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਜਾਂਦੇ ਹੁੰਦੇ ਸਨ। ਅਵਤਾਰ ਸਿੰਘ ਵੀ ਧਾਰਮਿਕ ਬਿਰਤੀ ਵਾਲੇ ਪੁਰਖ ਸਨ ਤੇ ਹਰ ਸਾਲ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਸਨ। ਉਹਨਾਂ ਦੇ ਮਨ ਦੀ ਵਿਚਾਰ ਬਣੀ ਕਿ ਇਸ ਵਾਰ ਬਾਬਾ ਜੀ ਕੁੱਲੀ ਵਾਲਿਆਂ ਨੂੰ ਵੀ ਚਰਨ ਪਾਉਣ ਲਈ ਬੇਨਤੀ ਕਰੀਏ। ਪਾਤਸ਼ਾਹ ਵੀ ਬਚਨ ਕਰਦੇ ਹਨ, ਸਭ ਦਿਨ ਕੇ ਸਮਰੱਥ ਪੰਥ ਬੀਠੁਲੇ, ਹਉ ਬਲ ਬਲ ਜਾਓ, ਗਾਵਨ ਭਾਵਨ ਸੰਤਨ ਤੂਰੈ, ਚਰਨ ਉਆ ਕੈ ਪਾਓ। ਤਥਾ ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦ ਅਵਿਨਾਸੀ, ਸਰਨ ਸੰਤਨ ਕੀ ਲਹੀਐ। ਭਾਈ ਅਵਤਾਰ ਸਿੰਘ ਬਾਬਾ ਜੀ ਦੇ ਕੋਲ ਆਏ ਤੇ ਉਹਨਾਂ ਨੇ ਬਾਬਾ ਜੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਹਾਜ਼ਰੀ ਭਰਨ ਲਈ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਕਿ ਪੁੱਤ, ਅਸੀਂ ਭੋਗ ਤੇ ਹਾਜ਼ਰੀ ਭਰਨ ਜ਼ਰੂਰ ਆਵਾਂਗੇ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋਂ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਦੇ ਮਨ ਵਿੱਚ ਵਿਚਾਰ ਬਣੀ ਕਿ ਬਾਬਾ ਜੀ ਨੇ ਘਰ ਆਉਣਾ ਹੈ, ਉਹਨਾਂ ਨੂੰ ਜੀ ਆਇਆ ਕਿਵੇਂ ਕੀਤਾ ਜਾਵੇ। ਇਹੀ ਵਿਚਾਰ ਹਰ ਵੇਲੇ ਉਹਨਾਂ ਦੇ ਮਨ ਵਿੱਚ ਚੱਲਦਾ ਰਿਹਾ ਕਰੇ। ਅਵਤਾਰ ਸਿੰਘ ਬਾਬਾ ਸ਼ਮਪੂਰਨ ਸਿੰਘ ਜੀ ਦੇ ਅਸਥਾਨ ਡੋਗਰਾਵਾਲ ਵਿਖੇ ਗੁਰੂ ਕੇ ਲੰਗਰ ਲਈ ਦੁੱਧ ਦੀ ਸੇਵਾ ਵੀ ਕਰਦੇ ਸਨ। ਇੱਕ ਦਿਨ ਡੋਗਰਾਵਾਲ ਵਿਖੇ ਦੁੱਧ ਦੇ ਕੇ ਆ ਰਹੇ ਸਨ ਕਿ ਰਸਤੇ ਵਿੱਚ ਜੀਟੀ ਰੋਡ ਤੇ ਬਾਬਾ ਜੀ ਕੁੱਲੀ ਵਾਲਿਆਂ ਨਾਲ ਮਿਲਾਪ ਹੋ ਗਿਆ। ਅੰਤਰਜਾਮੀ ਬਾਬਾ ਜੀ ਅਵਤਾਰ ਸਿੰਘ ਨੂੰ ਕਹਿੰਦੇ, ਪੁੱਤ ਤੂੰ ਸਾਡੀ ਫਿਕਰ ਨਾ ਕਰ, ਅਸੀਂ ਆਪੇ ਹੀ ਆ ਜਾਵਾਂਗੇ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰੋ, ਇਹੀ ਸੱਚਾ ਵਣਜ ਹੈ। ਬਚਨ ਵੀ ਹੈ, ਵਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ, ਕਰ ਸੇਵਾ ਸੁਖ ਸਾਗਰੈ, ਸਿਰ ਸਾਹਾਂ ਪਾਤ ਸਾਹੋ। ਅਵਤਾਰ ਸਿੰਘ ਹੋਰਾਂ ਨੇ ਫਿਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਭਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਘਰ ਆਇੜਾ, ਗੁਰ ਚਰਨੀ ਲਾਗੀ ਰਾਮ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਾਲੇ ਦਿਨ ਕਿਸੇ ਨੂੰ ਖਬਰ ਵੀ ਨਾ ਲੱਗੀ ਤੇ ਬਾਬਾ ਜੀ ਅਵਤਾਰ ਸਿੰਘ ਦੇ ਘਰ ਵੀ ਪਹੁੰਚ ਗਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸੰਗਤ ਵਿੱਚ ਬੈਠ ਗਏ ਤੇ ਹੁਕਮਨਾਮਾ ਸਾਹਿਬ ਉਪਰੰਤ ਪਾਤਸ਼ਾਹ ਜੀ ਦੇ ਬਚਨ, ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ, ਗੁਰ ਕੇ ਸ਼ਬਦ ਵਿਚਾਰੇ, ਨਾਨਕ ਤਿਨ ਕੈ ਸਦ ਬਲਹਾਰੈ, ਰਾਮ ਨਾਮ ਉਰ ਧਾਰੇ ਅਨੁਸਾਰ ਬਾਬਾ ਜੀ ਨੇ ਗੁਰਮਤਿ ਵਿਚਾਰਾਂ ਦੀ ਹਾਜ਼ਰੀ ਲਵਾਈ। ਬਾਬਾ ਜੀ ਨੇ ਸਾਰੀ ਸੰਗਤ ਨੂੰ ਅੰਮ੍ਰਿਤਧਾਰੀ ਹੋਣ ਦਾ ਉਪਦੇਸ਼ ਕੀਤਾ ਤੇ ਇੱਕ ਮਹਾਂਪੁਰਖ ਦੀ ਸਾਖੀ ਸਰਵਣ ਕਰਾਈ। ਇੱਕ ਦਿਨ ਮਹਾਂਪੁਰਖਾਂ ਦੇ ਕੋਲ ਇੱਕ ਸਿੰਘ ਆਇਆ ਤੇ ਉਸਨੇ ਮਹਾਂਪੁਰਖਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਉਣ ਲਈ ਬੇਨਤੀ ਕੀਤੀ। ਮਹਾਂਪੁਰਖ ਉਸ ਸਿੰਘ ਨੂੰ ਕਹਿੰਦੇ ਕਿ ਭਾਈ, ਤੁਸੀਂ ਸਾਨੂੰ ਆਪਣਾ ਨਾਮ ਪਤਾ ਲਿਖਵਾ ਦਿਓ, ਜਦ 8-10 ਸਿੰਘ ਹੋ ਜਾਣਗੇ ਤੇ ਅੰਮ੍ਰਿਤ ਸੰਚਾਰ ਕਰਾਂਗੇ, ਤੁਹਾਨੂੰ ਵੀ ਸੱਦਾ ਭੇਜ ਦੇਵਾਂਗੇ। ਪਰ ਅਗਲੇ ਹੀ ਦਿਨ ਉਹ ਸਿੰਘ ਚੜ੍ਹਾਈ ਕਰ ਗਿਆ। ਮਹਾਂਪੁਰਖਾਂ ਨੂੰ ਪਤਾ ਲੱਗਾ ਤਾਂ ਮਹਾਂਪੁਰਖ ਬੜੇ ਬੈਰਾਗ ਵਿੱਚ ਆਏ ਕਿ ਉਹ ਸਿੰਘ ਤਾਂ ਖੰਡੇ ਬਾਟੇ ਦੀ ਪਹੁਲ ਮੰਗਦਾ ਸੀ, ਅਸੀਂ ਹੀ ਉਹਨੂੰ ਅੰਮ੍ਰਿਤ ਨਹੀਂ ਛਕਾ ਸਕੇ। ਮਹਾਂਪੁਰਖ ਬਚਨ ਕਰਦੇ ਸਨ ਕਿ ਜਦ ਵੀ ਕਿਸੇ ਦੀ ਇੱਛਾ ਬਣੇ ਉਸ ਨੂੰ ਖੰਡੇ ਬਾਟੇ ਦੀ ਪੌਲ ਜ਼ਰੂਰ ਛਕਾ ਦੇਣੀ ਚਾਹੀਦੀ ਹੈ। ਜਲਦ ਤੋਂ ਜਲਦ ਅੰਮ੍ਰਿਤ ਸੰਚਾਰ ਕਰਨਾ ਚਾਹੀਦਾ ਹੈ,
ਕੋਈ ਪਤਾ ਨਹੀਂ ਕਿ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਬਾਬਾ ਜੀ ਨੇ ਸੰਗਤ ਨੂੰ ਖੰਡੇ ਬਾਟੇ ਦੀ ਪਹੁਲ ਲਈ ਪ੍ਰੇਰਿਤ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਿੱਖੀ ਨਾਲ ਜੋੜਿਆ ਤੇ ਇਹ ਬਚਨ ਕੀਤਾ ਕਿ ਭਾਈ ਧਰਮ ਦੇ ਕਾਰਜ ਕਰਨ ਲਈ ਦੇਰੀ ਨਹੀਂ ਕਰਨੀ ਚਾਹੀਦੀ, ਵਿਲੰਬ ਨਹੀਂ ਕਰਨਾ ਚਾਹੀਦਾ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਧਰਮ ਦਾ ਕਾਰਜ ਹੋਵੇ ਤੇ ਇੱਕ ਪਲ ਦੀ ਵੀ ਢਿੱਲ ਨਾ ਕਰ, ਅਧਰਮ ਦਾ ਕਾਰਜ ਹੋਵੇ ਤੇ ਢਿੱਲ ਕਰਦਾ ਜਾਓ। ਉਦੋਂ ਤੱਕ ਢਿੱਲ ਰੱਖ ਜਦ ਤੱਕ ਪਾਪ ਦਾ ਫੁਰਨਾ ਮਨ ਚੋਂ ਚਲਾ ਨਾ ਜਾਵੇ। ਬਚਨ ਹੈ ਨੈ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਬਾਬਾ ਜੀ ਇਹ ਵੀ ਵਚਨ ਕਰਦੇ ਹੁੰਦੇ ਸਨ ਕਿ ਪੁੱਤ ਧਰਮ ਦਾ ਕਾਰਜ ਹੁਣੇ ਇਸੇ ਪਲ ਇਸੇ ਛਣ, ਅਧਰਮ ਦਾ ਕਾਰਜ ਹਮੇਸ਼ਾ ਭਲਕੇ। ਬਾਬਾ ਸੰਪੂਰਨ ਸਿੰਘ ਜੀ ਦੇ ਨਾਲ ਮਿਲਾਪ। ਭਾਈ ਅਵਤਾਰ ਸਿੰਘ ਬਾਬਾ ਸੰਪੂਰਨ ਸਿੰਘ ਜੀ ਦੇ ਅਸਥਾਨ ਡੋਗਰਾਵਾਲ ਨਜ਼ਦੀਕ ਸੁਭਾਨਪੁਰ ਕਪੂਰਥਲਾ ਵਿਖੇ ਵੀ ਜਾਂਦੇ ਹੁੰਦੇ ਸਨ। ਇਹ ਵੀ ਬੜੀ ਨਿਮਰਤਾ ਭਾਵਨਾ ਵਾਲੇ ਮਹਾਂਪੁਰਖ ਸਨ। ਬਾਬਾ ਸੰਪੂਰਨ ਸਿੰਘ ਜੀ ਨੂੰ ਇੱਕ ਸਿੰਘ ਨੇ ਦੱਸਿਆ ਕਿ ਪੰਡੋਰੀ ਰਾਜਪੂਤਾਂ ਵਿਖੇ ਬੜੀ ਕਮਾਈ ਵਾਲੇ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਆਉਂਦੇ ਹਨ। ਬਾਬਾ ਜੀ ਦਾ ਨਾਮ ਸੁਣਦੇ ਹੀ ਬਾਬਾ ਸੰਪੂਰਨ ਸਿੰਘ ਜੀ ਦੇ ਮਨ ਵਿੱਚ ਇੱਕ ਉਮੰਗ ਜਿਹੀ ਉੱਠੀ, ਇੱਕ ਖਿੱਚ ਜਿਹੀ ਪੈਦਾ ਹੋ ਗਈ ਕਿ ਬਾਬਾ ਜੀ ਕੁੱਲੀ ਵਾਲਿਆਂ ਦੇ ਦਰਸ਼ਨ ਕਰੀਏ। ਦਰਸ਼ਨ ਪਿਆਸ ਲੋਚਨ ਤਾਰ ਲਾਗੀ। ਬਾਬਾ ਸੰਪੂਰਨ ਸਿੰਘ ਜੀ ਉਸ ਸਿੰਘ ਨੂੰ ਕਹਿੰਦੇ ਕਿ ਭਾਈ ਬਾਬਾ ਜੀ ਦੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ। ਉਸਨੇ ਦੱਸਿਆ ਕਿ ਭਾਈ ਅਵਤਾਰ ਸਿੰਘ ਜੋ ਲੰਗਰ ਵਾਸਤੇ ਦੁੱਧ ਦੀ ਸੇਵਾ ਕਰਦੇ ਹਨ, ਉਹ ਬਾਬਾ ਜੀ ਕੁੱਲੀ ਵਾਲਿਆਂ ਦੇ ਸ਼ਰਧਾਲੂ ਸੰਗੀ ਹਨ। ਉਹ ਆਪ ਜੀ ਦਾ ਮਿਲਾਪ ਕਰਵਾ ਸਕਦੇ ਹਨ। ਬਾਬਾ ਸੰਪੂਰਨ ਸਿੰਘ ਜੀ ਗੁਰਦੁਆਰਾ ਸਾਹਿਬ ਡੋਗਰਾਵਾਲ ਵਿਖੇ ਮਹਾਂਪੁਰਖ ਬਾਬਾ ਬੱਗਾ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਉਂਦੇ ਸਨ। ਉਹਨਾਂ ਦਾ ਵਿਚਾਰ ਬਣਿਆ ਕਿ ਇਸ ਵਾਰ ਬਰਸੀ 'ਤੇ ਬਾਬਾ ਜੀ ਕੁੱਲੀ ਵਾਲਿਆਂ ਨੂੰ ਵੀ ਬੇਨਤੀ ਕਰੀਏ। ਮਹਾਂਪੁਰਖਾਂ ਦੇ ਦਰਸ਼ਨ ਵੀ ਹੋ ਜਾਣਗੇ ਤੇ ਉਹਨਾਂ ਦੇ ਚਰਨ ਵੀ ਪੈ ਜਾਣਗੇ। ਜੋ ਬਚਨ ਵੀ ਹੈ ਚਰਨ ਤੁਮਾਰੇ ਹਿਰਦੈ ਵਾਸੈ ਹੈ, ਸੰਤਨ ਕਾ ਸੰਗ ਪਾਵੋ। ਬਾਬਾ ਸੰਪੂਰਨ ਸਿੰਘ ਜੀ ਨੇ ਭਾਈ ਅਵਤਾਰ ਸਿੰਘ ਨੂੰ ਬਚਨ ਕੀਤਾ ਕਿ ਭਾਈ ਸਾਹਿਬ ਤੁਸੀਂ ਬਾਬਾ ਜੀ ਦੇ ਕੋਲ ਜਾਵੋ ਤੇ ਉਹਨਾਂ ਨੂੰ ਬਾਬਾ ਬੱਗਾ ਸਿੰਘ ਜੀ ਦੀ ਬਰਸੀ 'ਤੇ ਹਾਜ਼ਰੀ ਭਰਨ ਲਈ ਸਾਡੇ ਵੱਲੋਂ ਬੇਨਤੀ ਕਰੋ। ਬਾਬਾ ਸੰਪੂਰਨ ਸਿੰਘ ਨੇ ਬਾਬਾ ਜੀ ਕੁੱਲੀ ਵਾਲਿਆਂ ਨੂੰ ਭੇਟਾ ਕਰਨ ਲਈ ਸਤਿਕਾਰ ਵਜੋਂ ਪ੍ਰਸ਼ਾਦ ਤੇ ਚਿੱਠੀ ਭਾਵ ਬੇਨਤੀ ਪੱਤਰ ਦਿੱਤੀ। ਅਵਤਾਰ ਸਿੰਘ ਬਾਬਾ ਜੀ ਨੂੰ ਬੇਨਤੀ ਕਰਨ ਲਈ ਪੰਡੋਰੀ ਕੁਟੀਆ ਵਿਖੇ ਆਏ। ਬਾਬਾ ਜੀ ਨਾਲ ਫਤਿਹ ਦੀ ਸਾਂਝ ਕਰਕੇ ਉਹਨਾਂ ਨੇ ਬਾਬਾ ਸੰਪੂਰਨ ਸਿੰਘ ਜੀ ਦੀ ਬੇਨਤੀ ਭਾਵ ਚਿੱਠੀ ਤੇ ਪ੍ਰਸ਼ਾਦ ਭੇਟਾ ਕੀਤਾ ਤੇ ਬਾਬਾ ਸੰਪੂਰਨ ਸਿੰਘ ਜੀ ਵੱਲੋਂ ਵੀ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬੜੇ ਖੁਸ਼ ਹੋਏ, ਬੇਨਤੀ ਨੂੰ ਮਸਤਕ ਨਾਲ ਲਾਇਆ। ਫਿਰ ਪ੍ਰਸ਼ਾਦ ਦੇ ਕੇ ਅਵਤਾਰ ਸਿੰਘ ਨੂੰ ਕਹਿੰਦੇ ਕਿ ਪੁੱਤ ਇਹ ਪ੍ਰਸ਼ਾਦ ਬਾਬਾ ਸੰਪੂਰਨ ਸਿੰਘ ਜੀ ਨੂੰ ਭੇਟਾ ਕਰਨਾ ਤੇ ਸਾਡੇ ਵੱਲੋਂ ਵੀ ਉਹਨਾਂ ਨਾਲ ਫਤਿਹ ਸਾਂਝੀ ਕਰਨੀ। ਅਵਤਾਰ ਸਿੰਘ ਅਗਲੇ ਦਿਨ ਡੋਗਰਾਵਾਲ ਆਏ। ਬਾਬਾ ਸੰਪੂਰਨ ਸਿੰਘ ਜੀ ਨੂੰ ਬਾਬਾ ਜੀ ਵੱਲੋਂ ਭੇਟਾ ਕੀਤਾ, ਪ੍ਰਸ਼ਾਦ ਦੇ ਕੇ ਫਤਿਹ ਦੀ ਸਾਂਝ ਕੀਤੀ। ਬਾਬਾ ਸੰਪੂਰਨ ਸਿੰਘ ਜੀ ਬਾਬਾ ਜੀ ਦੀ ਨਿਮਰਤਾ ਦੇਖ ਕੇ ਬੜਾ ਪ੍ਰਭਾਵਿਤ ਹੋਏ। ਐਸਾ ਪ੍ਰੇਮ ਵਾਲਾ ਹਿਰਦਾ ਦੇਖ ਕੇ ਬਾਬਾ ਸੰਪੂਰਨ ਸਿੰਘ ਜੀ ਵੀ ਧੰਨ ਮਹਾਂਪੁਰਖ ਧੰਨ ਬਾਬਾ ਜੀ ਕਹਿ ਉੱਠੇ। ਬਲਿਹਾਰ ਐਸੇ ਮਹਾਂਪੁਰਖਾਂ ਨੂੰ ਹਿਰਦੇ ਅੰਦਰ ਬਾਬਾ ਜੀ ਦਾ ਬੜਾ ਸਤਿਕਾਰ ਬਣਿਆ। ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਾਧ ਸੰਗੀ। ਬਾਬਾ ਸੰਪੂਰਨ ਸਿੰਘ ਜੀ ਨੇ ਵੀ ਖੁਸ਼ੀ ਵਿੱਚ ਅਵਤਾਰ ਸਿੰਘ ਨੂੰ ਦੁਬਾਰਾ ਫਿਰ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਕਿ ਤੁਸੀਂ ਹੁਣ ਜਦ ਵੀ ਬਾਬਾ ਜੀ ਕੁੱਲੀ ਵਾਲਿਆਂ ਨੂੰ ਮਿਲੋ ਤਾਂ ਬਾਬਾ ਜੀ ਨੂੰ ਇਹ ਪ੍ਰਸ਼ਾਦ ਭੇਟਾ ਕਰਕੇ ਸਾਡੇ ਵੱਲੋਂ ਫਤਿਹ ਜ਼ਰੂਰ ਸਾਂਝੀ ਕਰਨੀ। ਇੰਨਾ ਸਤਿਕਾਰ ਬਾਬਾ ਜੀ ਦਾ ਹਿਰਦੇ ਅੰਦਰ ਬਣ ਗਿਆ। ਬਚਨ ਵੀ ਹੈ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ। ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹੋਂ ਬਲਿਹਾਰੀ।
ਕੁਝ ਦਿਨ ਬਾਅਦ ਅਵਤਾਰ ਸਿੰਘ ਬਾਬਾ ਜੀ ਕੁੱਲੀ ਵਾਲਿਆਂ ਦੇ ਕੋਲ ਆਏ ਤੇ ਬਾਬਾ ਸੰਪੂਰਨ ਸਿੰਘ ਜੀ ਵੱਲੋਂ ਪ੍ਰਸ਼ਾਦ ਭੇਟਾ ਕਰਕੇ ਫਤਿਹ ਬੁਲਾਈ। ਬਾਬਾ ਜੀ ਨੇ ਫਤਿਹ ਦੀ ਸਾਂਝ ਕੀਤੀ ਤੇ ਅਵਤਾਰ ਸਿੰਘ ਨੂੰ ਪ੍ਰਸ਼ਾਦ ਦੇ ਕੇ ਬਚਨ ਕੀਤਾ ਕਿ ਪੁੱਤ, ਤੇਰਾ ਜਦੋਂ ਵੀ ਬਾਬਾ ਸੰਪੂਰਨ ਸਿੰਘ ਜੀ ਨਾਲ ਮਿਲਾਪ ਹੋਵੇ ਤੇ ਤੂੰ ਬਾਬਾ ਜੀ ਨੂੰ ਇਹ ਪ੍ਰਸ਼ਾਦ ਭੇਟਾ ਕਰਕੇ ਸਾਡੇ ਵੱਲੋਂ ਫਤਿਹ ਸਾਂਝੀ ਕਰਨੀ। ਇੰਨੀ ਨਿਮਰਤਾ, ਇੰਨਾ ਪ੍ਰੇਮ, ਧੰਨ ਹਨ ਰੰਗੀਆਂ ਰੂਹਾਂ ਦੇ ਰਿਸ਼ਤੇ, ਰੰਗੀਆਂ ਰੂਹਾਂ ਦੇ ਮਿਲਾਪ, ਇੰਨੀ ਨਿਰਮਾਨਤਾ ਬਚਨ ਵੀ ਹੈ। ਹਰ ਕੇ ਦਾਸ ਸਾਧ ਸਖਾ ਜਨ, ਜਿਨ ਮਿਲਿਆ ਲੈ ਜਾਏ ਪ੍ਰਾਂਤ। ਜਿਉਂ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸੁਲਾ, ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹਾਮੈ ਤਾਤ। ਅਵਤਾਰ ਸਿੰਘ ਜੀ ਦੱਸਦੇ ਸਨ ਕਿ ਇਹ ਸਿਲਸਿਲਾ 7-8 ਦਿਨ ਚੱਲਦਾ ਰਿਹਾ। ਇਤਨਾ ਪਰਸਪਰ ਪਿਆਰ ਦੋਨੋਂ ਮਹਾਂਪੁਰਖ ਆਪਸ ਵਿੱਚ ਕਰਦੇ ਸਨ। ਬਰਸੀ ਵਾਲੇ ਦਿਨ ਫਿਰ ਬਾਬਾ ਜੀ ਸਵਖਤੇ ਹੀ ਡੋਗਰਾਵਾਲ ਵਿਖੇ ਆ ਗਏ। ਬਾਬਾ ਸੰਪੂਰਨ ਸਿੰਘ ਜੀ ਨੇ ਬਾਬਾ ਜੀ ਨੂੰ ਜੀ ਆਇਆਂ ਕਿਹਾ। ਬਾਬਾ ਜੀ ਤੇ ਬਾਬਾ ਸੰਪੂਰਨ ਸਿੰਘ ਜੀ ਦੋਨੋਂ ਇੱਕ ਦੂਜੇ ਨੂੰ ਗਲੇ ਲਾ ਕੇ ਮਿਲੇ। ਆਵੋ ਭੈਣੈ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੰਥ ਕੰਤ ਕੀਆਂ। ਸਮਾਗਮ ਵਿੱਚ ਹਾਜ਼ਰੀ ਭਰੀ, ਲੰਗਰ ਪਾਣੀ ਛਕਿਆ। ਵਾਪਸ ਜਾਣ ਲੱਗਿਆਂ ਬਾਬਾ ਸੰਪੂਰਨ ਸਿੰਘ ਜੀ ਸਤਿਕਾਰ ਵਜੋਂ ਬਾਬਾ ਜੀ ਲਈ ਬਸਤਰ ਲੈ ਕੇ ਆਏ। ਬਾਬਾ ਜੀ ਨੇ ਬਸਤਰ ਲੈਣ ਤੋਂ ਮਨ੍ਹਾ ਕਰ ਦਿੱਤਾ। ਬਾਬਾ ਜੀ ਕਹਿੰਦੇ, ਸੰਤ ਜੀ, ਅਸੀਂ ਕਿਤੋਂ ਵੀ ਕੋਈ ਵਸਤੂ ਨਾਲ ਨਹੀਂ ਖੜਦੇ। ਬਾਬਾ ਜੀ, ਅੱਜ ਤੁਹਾਡੇ ਪਹਿਲੀ ਵਾਰ ਦਰਸ਼ਨ ਹੋਏ ਹਨ। ਇਹ ਸਾਡੇ ਪਿਆਰ ਵਜੋਂ ਹੈ, ਸਾਡੇ ਵੱਲੋਂ ਨਿਮਾਣਾ ਜਿਹਾ ਸਤਿਕਾਰ ਹੈ। ਸੰਤ ਜੀ, ਜੇ ਬਸਤਰ ਦੇਣੇ ਨੇ ਤੇ ਤਾਂ ਫਿਰ ਇਹ ਦਸਤਾਰ ਸਾਡੇ ਸਿਰ 'ਤੇ ਬੰਨੋ, ਸਾਨੂੰ ਆਸ਼ੀਰਵਾਦ ਦਿਓ। ਬਾਬਾ ਸੰਪੂਰਨ ਸਿੰਘ ਜੀ ਹੱਥ ਜੋੜ ਕੇ ਕਹਿੰਦੇ, ਬਾਬਾ ਜੀ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਆਪ ਜੀ ਦੇ ਸੀਸ 'ਤੇ ਦਸਤਾਰ ਸਜਾ ਸਕਾਂ। ਤੁਸੀਂ ਸਿਰਜਣਹਾਰ ਹੋ ਤੇ ਅਸੀਂ ਤੁਹਾਡੇ ਬਣਾਏ ਹੋਏ ਭਾਂਡੇ। ਅਸੀਂ ਤੁਹਾਡੇ ਸੀਸ 'ਤੇ ਦਸਤਾਰ ਕਿਵੇਂ ਸਜਾ ਸਕਦੇ ਹਾਂ? ਪਾਤਸ਼ਾਹ ਵੀ ਬਚਨ ਕਰਦੇ ਹਨ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬਾਬਾ ਸੰਪੂਰਨ ਸਿੰਘ ਜੀ ਦੀ ਪ੍ਰੇਮ ਭਾਵਨਾ ਦੇਖ ਕੇ ਬਾਬਾ ਜੀ ਨੇ ਫਿਰ ਆਪ ਹੀ ਦਸਤਾਰ ਆਪਣੇ ਸਿਰ 'ਤੇ ਸਜਾ ਲਈ। ਬਾਬਾ ਸੰਪੂਰਨ ਸਿੰਘ ਜੀ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ, ਤੁਹਾਡੇ ਕੋਲ ਇੰਨੀ ਕਮਾਈ ਹੈ, ਤੁਸੀਂ ਇਹ ਵੰਡਦੇ ਕਿਉਂ ਨਹੀਂ? ਕੁਝ ਹਿੱਸਾ ਵੰਡ ਵੀ ਦਿਆ ਕਰੋ। ਬਾਬਾ ਜੀ ਕਹਿੰਦੇ ਕਿ ਸੰਤ ਜੀ, ਨਾਮ ਦਾ ਖਜ਼ਾਨਾ ਤਾਂ ਸਭ ਲਈ ਖੁੱਲ੍ਹਾ ਹੈ। ਜਿਹਨੇ ਲੁੱਟਣਾ ਹੈ ਲੁੱਟ ਲਵੇ, ਜਿਹਨੇ ਇਹ ਖਜ਼ਾਨਾ ਲੈਣਾ ਹੈ ਲੈ ਲਵੇ। ਕਬੀਰ ਸਾਹਿਬ ਜੀ ਵੀ ਹੋਕਾ ਦਿੰਦੇ ਹਨ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਤਸ਼ਾਹ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਬਾਬਾ ਜੀ ਇਹ ਵੀ ਬਚਨ ਕਰਦੇ ਹੁੰਦੇ ਸਨ ਕਿ ਪੁੱਤ, ਰੱਬ ਵੱਲੋਂ ਕੋਈ ਦੇਰੀ ਨਹੀਂ, ਦੇਰੀ ਤਾਂ ਜਪਣ ਵਾਲੇ ਵਿੱਚ ਹੈ। ਇਸ ਅਮੋਲਕ ਵਸਤੂ ਦੀ ਕੋਈ ਘਾਟ ਨਹੀਂ, ਘਾਟ ਤਾਂ ਪਾਤਰਤਾ ਦੀ ਹੈ, ਸਾਡੇ ਹਿਰਦੇ ਦੀ ਹੈ। ਤੂੰ ਇੱਕ ਕਦਮ ਪਰਮਾਤਮਾ ਵੱਲ ਚੱਲ ਤਾਂ ਸਹੀ, ਗੁਰੂ ਕਰੋੜਾਂ ਕਦਮ ਚੱਲ ਕੇ ਤੇਰੇ ਵੱਲ ਆਵੇਗਾ। ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਤੂੰ ਭਾਵਨੀ ਦੀ ਇੱਕ ਕੌਡੀ ਰੱਖ ਕੇ ਤਾਂ ਦੇਖ, ਗੁਰੂ ਲੋਕ ਪਰਲੋਕ ਦੇ ਸਾਰੇ ਨਿਦਾਨ ਤੇਰੀ ਝੋਲੀ ਪਾ ਦੇਵੇਗਾ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਤ ਦੇਤ ਹੈ। ਗਿਆਨੀ ਸੰਤ ਸਿੰਘ ਮਸਕੀਨ ਜੀ ਵੀ ਬਚਨ ਕਰਦੇ ਸਨ ਕਿ ਜੇ ਕਿਤੇ ਮੇਲੇ ਵਿੱਚ ਬੱਚਾ ਮਾਂ ਨਾਲੋਂ ਵਿਛੜ ਜਾਵੇ ਤਾਂ ਜਿੰਨਾ ਬੱਚਾ ਰੋਂਦਾ ਕਰਲਾਉਂਦਾ ਹੈ, ਮਾਂ ਉਸ ਤੋਂ ਕਿਤੇ ਵੱਧ ਕੇ ਤੜਫਦੀ ਹੈ। ਬੱਚਾ ਇੱਕ ਵਾਰ ਰੋਵੇ ਤੇ ਮਾਂ ਕਈ ਕਦਮ ਬੱਚੇ ਵੱਲ ਖਿੱਚੀ ਆਉਂਦੀ ਹੈ। ਇਨਸਾਨ ਹੀ ਨਹੀਂ, ਪਸ਼ੂ ਜਗਤ ਵਿੱਚ ਵੀ ਅਜਿਹੀ ਹੀ ਖਿੱਚ ਹੈ। ਭਗਤ ਜੀ ਦੇ ਬਚਨ, ਮੋਹ ਲਾਗਤੀ ਤਾਲਾ ਬੇਲੀ, ਬਸ਼ਰੇ ਬਿਨ ਗਾਏ ਅਕੇਲੀ। ਉਹ ਤੇ ਫਿਰ ਪਰਮਾਤਮਾ ਹੈ, ਸਰਬ ਦਾਤਾਰ ਸਰਬ ਪਾਲਣਹਾਰ ਹੈ। ਕੀ ਤੂੰ ਪੁਕਾਰੇ ਤੇ ਤੇਰੀ ਪੁਕਾਰ ਉਸ ਨਹੀਂ ਸੁਣੇਗਾ? ਪੁੱਤ, ਦੇਰੀ ਜਪਣ ਵਾਲੇ ਦੀ ਹੈ, ਪੁਕਾਰਨ ਵਾਲੇ ਦੀ ਹੈ। ਕੋਈ ਇੱਕ ਵਾਰ ਪੁਕਾਰੇ ਤੇ ਸਹੀ, ਰੱਬ ਤੇ ਉਸ ਵੱਲ ਖਿੱਚਿਆ ਚਲਾ ਆਉਂਦਾ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇਹੋ ਜਿਹੇ ਬਾਬਾ ਜੀ ਦੇ ਅਗੰਮੀ ਬਚਨ ਸਨ, ਬੜੀ ਸੇਧ ਦਿੰਦੇ ਸਨ ਤੇ ਵਾਹਿਗੁਰੂ ਪਰਮੇਸ਼ਵਰ ਨਾਲ ਜੋੜਦੇ ਸਨ। ਪਿੰਡ ਹਮੀਰਾ ਵਿਖੇ ਬਖਸ਼ਿਸ਼ ਕਰਨੀ। ਭਾਈ ਅਵਤਾਰ ਸਿੰਘ ਨਾਲ ਵੀ ਬਾਬਾ ਜੀ ਦਾ ਬੜਾ ਪ੍ਰੇਮ ਬਣ ਗਿਆ ਸੀ। ਬਾਬਾ ਜੀ ਭਾਈ ਸਾਹਿਬ ਦੇ ਗ੍ਰਹਿ ਵਿਖੇ ਆਉਂਦੇ ਸਨ।
ਇਸ ਨਗਰ ਪਿੰਡ ਹਮੀਰਾ ਦੀ ਸੰਗਤ ਹਰ ਸਾਲ ਹੋਲੇ ਮਹੱਲੇ ਦੇ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਜਾਣ ਵਾਲੀ ਸੰਗਤ ਵਾਸਤੇ GT ਰੋਡ 'ਤੇ ਲੰਗਰ ਲਾਇਆ ਕਰਦੀ ਸੀ। ਪਰ ਹਰ ਸਾਲ ਪਿੰਡ ਵਿੱਚੋਂ ਜਿੰਨੀ ਸੇਵਾ ਇਕੱਠੀ ਹੁੰਦੀ ਸੀ, ਖਰਚ ਉਸ ਨਾਲੋਂ ਜ਼ਿਆਦਾ ਹੋ ਜਾਂਦਾ ਸੀ। ਬਾਬਾ ਜੀ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਆਏ। ਉਸ ਸਮੇਂ ਹੋਲੇ ਮਹੱਲੇ ਦਾ ਦਿਹਾੜਾ ਸੀ ਤੇ ਪਿੰਡ ਵਾਲਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ GT ਰੋਡ 'ਤੇ ਲੰਗਰ ਲਾਇਆ ਹੋਇਆ ਸੀ। ਬਾਬਾ ਜੀ ਲੰਗਰ ਵਾਲੇ ਅਸਥਾਨ ਦੇ ਕੋਲੋਂ ਲੰਘਣ ਲੱਗੇ ਤਾਂ ਸੰਗਤ ਨੇ ਬਾਬਾ ਜੀ ਨੂੰ ਪਹਿਚਾਣ ਲਿਆ ਕਿ ਇਹ ਬਾਬਾ ਜੀ ਤਾਂ ਅਵਤਾਰ ਸਿੰਘ ਦੇ ਘਰ ਆਉਂਦੇ ਹਨ। ਉਹਨਾਂ ਨੇ ਅੱਗੇ ਹੋ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਲੰਗਰ ਛਕਣ ਲਈ ਬੇਨਤੀ ਕੀਤੀ। ਬਾਬਾ ਜੀ ਨੇ ਇੱਕ ਪ੍ਰਸ਼ਾਦਾ ਹੱਥ 'ਤੇ ਹੀ ਰੱਖ ਕੇ ਛਕ ਲਿਆ। ਪ੍ਰਸ਼ਾਦਾ ਛਕ ਕੇ ਬਾਬਾ ਜੀ ਪ੍ਰਬੰਧਕਾਂ ਨੂੰ ਕਹਿੰਦੇ ਕਿ ਦੱਸੋ ਭਾਈ, ਲੰਗਰ ਵਿੱਚ ਹਿੱਸਾ ਪਾਉਣ ਲਈ ਅਸੀਂ ਕੀ ਸੇਵਾ ਕਰੀਏ। ਦਾਲ ਦੀ ਲੋੜ ਹੈ ਤਾਂ ਦਾਲ ਦੀਆਂ ਬੋਰੀਆਂ ਭੇਜ ਦਿੰਦੇ ਆ, ਤੇ ਜੇ ਖੰਡ ਚਾਹੀਦੀ ਹੈ ਤਾਂ ਖੰਡ ਦੀਆਂ ਬੋਰੀਆਂ ਭਿਜਵਾ ਦਿੰਦੇ ਆ, ਤੇ ਜੇ ਕੋਈ ਹੋਰ ਸਮੱਗਰੀ ਚਾਹੀਦੀ ਹੈ ਤਾਂ ਉਹ ਵੀ ਭਿਜਵਾ ਦਿੰਦੇ ਹਾਂ। ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ, ਸਾਨੂੰ ਸਿਰਫ ਤੁਹਾਡੀ ਮਿਹਰ ਦ੍ਰਿਸ਼ਟੀ ਚਾਹੀਦੀ ਹੈ, ਸਾਨੂੰ ਹੋਰ ਕੋਈ ਪਦਾਰਥ ਨਹੀਂ ਚਾਹੀਦਾ, ਬਸ ਸਿਰ 'ਤੇ ਹੱਥ ਰੱਖਿਓ ਕਿ ਅਸੀਂ ਇਹ ਲੰਗਰ ਦੀ ਸੇਵਾ ਕਰਦੇ ਰਹੀਏ। ਪ੍ਰਬੰਧਕਾਂ ਨੇ ਕੋਈ ਵੀ ਇੱਛਾ ਜ਼ਾਹਰ ਨਾ ਕੀਤੀ ਤੇ ਬਾਬਾ ਜੀ ਨੇ ਕੁਝ ਮਾਇਆ ਲੰਗਰ ਦੀ ਸੇਵਾ ਵਿੱਚ ਪਾਉਣ ਲਈ ਦਿੱਤੀ। ਪ੍ਰਬੰਧਕ ਵੀਰਾਂ ਨੇ ਬਾਬਾ ਜੀ ਦੇ ਕੋਲੋਂ ਮਾਇਆ ਲੈਣ ਤੋਂ ਨਾ ਕਰ ਦਿੱਤੀ। ਬਾਬਾ ਜੀ ਉਹਨਾਂ ਵੀਰਾਂ ਨੂੰ ਕਹਿੰਦੇ ਕਿ ਸੱਚੇ ਸੌਦੇ ਦੀ ਇਸ ਸੇਵਾ ਵਿੱਚ ਸਾਡਾ ਹਿੱਸਾ ਵੀ ਜ਼ਰੂਰ ਪਵਾਓ, ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਉਹਨਾਂ ਨੇ ਫਿਰ ਮਾਇਆ ਲੈ ਲਈ ਤੇ ਉਹ ਮਾਇਆ ਬਾਬਾ ਜੀ ਦੀ ਬਖਸ਼ਿਸ਼ ਸਮਝ ਕੇ ਟੋਕਰੀ ਵਿੱਚ ਪਈ, ਬਾਕੀ ਮਾਇਆ ਵਿੱਚ ਰਲਾ ਦਿੱਤੀ। ਅਵਤਾਰ ਸਿੰਘ ਦੱਸਦੇ ਸਨ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਐਸੀ ਬਖਸ਼ਿਸ਼ ਹੋਈ ਕਿ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਉਸ ਤੋਂ ਬਾਅਦ ਕਦੇ ਵੀ ਮਾਇਆ ਦੀ ਕੋਈ ਘਾਟ ਨਹੀਂ ਆਈ ਤੇ ਹੁਣ ਹਰ ਸਾਲ ਹੀ ਮਾਇਆ ਖਰਚ ਨਾਲੋਂ ਵੱਧ ਜਾਂਦੀ ਹੈ। ਬਚਨ ਪੀਐ ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਐਸੀ ਬਰਕਤ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸੇਵਾ ਵਿੱਚ ਪਾ ਦਿੱਤੀ। ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਉਹ ਵੇਲਾ ਹੱਥ ਨਾ ਆਵਈ। ਬਾਬਾ ਜੀ ਨਗਰ ਨਗਰ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤੇ ਸਭ ਨੂੰ ਸੰਗਤ ਪੰਗਤ ਤੇ ਖੰਡੇ ਬਾਟੇ ਦੀ ਪਾਹੁਲ ਨਾਲ ਜੋੜ ਰਹੇ ਸਨ। ਨਗਰ ਨਗਰ ਦੇ ਵਿੱਚ ਵਿਚਰ ਕੇ ਇਹੀ ਹੋਕਾ ਦੇ ਰਹੇ ਸਨ ਕਿ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੋ ਬੋਵਹੋ, ਆਣ ਰੂਤ ਨਾਹੀ ਨਾਹੀ, ਮਤ ਭਰਮ ਪੂਲਹੋ ਪੂਲਹੋ। ਪਿੰਡ ਧੁੰਦੇ ਦਾ ਇੱਕ ਸੱਜਣ ਸੀ ਜਿਸ ਦਾ ਨਾਮ ਚਿਤੋ ਭਲਵਾਨ ਸੀ। ਬਾਬਾ ਜੀ ਚਿਤੋ ਭਲਵਾਨ ਦੇ ਘਰ ਆਏ ਤੇ ਉਸ ਨੂੰ ਕਹਿੰਦੇ, ਭਲਵਾਨਾ ਤੂੰ ਹੁਣ ਅੰਮ੍ਰਿਤ ਛਕ ਲੈ। ਪਰ ਚਿਤੋ ਭਲਵਾਨ ਅੱਗੂ ਕਹਿੰਦਾ ਕਿ ਬਾਬਾ ਜੀ, ਮੈਂ ਨਹੀਂ ਅਜੇ ਅੰਮ੍ਰਿਤ ਛਕਣਾ, ਅਜੇ 2-3 ਵਿਆਹ ਆਉਣ ਵਾਲੇ ਹਨ, ਪਹਿਲੇ ਮੈਂ ਉਹ ਵਿਆਹ ਭੁਗਤਾ ਲਵਾਂ, ਫਿਰ ਅੰਮ੍ਰਿਤ ਛਕ ਲਵਾਂਗਾ। ਮਹਾਂਪੁਰਖ ਰਮਜ ਵਿੱਚ ਕਹਿੰਦੇ ਕਿ ਚੰਗਾ ਭਾਈ, ਜਿਵੇਂ ਤੇਰੀ ਮਰਜ਼ੀ, ਜਹਾਜ਼ 'ਤੇ ਤਿਆਰ ਹੈ। ਫਿਰ ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਪੱਤਨ ਉੱਤੇ ਖਲੋਤਾ ਪਾਤਨੀ ਤਾਂ ਬੇੜੇ ਵਿੱਚ ਚੜ੍ਹਨ ਦਾ ਹੋਕਾ ਦੇ ਰਿਹਾ ਹੈ। ਅਨੇਕਾਂ ਉਸ ਦਾ ਹੋਕਾ ਸੁਣ ਕੇ ਬੇੜੇ ਵਿੱਚ ਚੜ੍ਹ ਵੀ ਰਹੇ ਹਨ, ਪਰ ਜਿਹੜੇ ਵਿਕਾਰਾਂ ਦੇ ਭਾਰ ਨਾਲ ਲੱਦੇ ਰਹੇ, ਉਹਨਾਂ ਪਾਤਨੀ ਦੇ ਹੋਕੇ ਦੀ ਕੋਈ ਪਰਵਾਹ ਨਾ ਕੀਤੀ ਤੇ ਉਹ ਵਿਕਾਰਾਂ ਦੇ ਭਾਰ ਹੀ ਲੱਦਦੇ ਰਹਿ ਗਏ। ਬਚਨ ਵੀ ਹੈ, ਪਤਨ ਕੂਕੇ ਪਾਤਨੀ ਵੰਜਹੋ ਤੁਰਕ ਵਿਲਾੜ, ਪਾਰ ਪਵੰਦੜੇ ਡਿਠ ਮੈਂ ਸਤਿਗੁਰ ਬੋਹਿਥੇ ਝਾੜ। ਹਿਕਨੀ ਲੱਦਿਆਂ ਹਿਕ ਲੱਦ ਗਏ, ਹਿਕ ਭਾਰੇ ਪਰ ਨਾਲ, ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ। ਮਹਾਂਪੁਰਖ ਵੀ ਬਥੇਰਾ ਕੋਸ਼ਿਸ਼ ਕਰਦੇ ਹਨ ਕਿ ਸਾਡੇ ਕਲਯੁਗੀ ਜੀਵਾਂ ਦਾ ਭਲਾ ਹੋ ਜਾਵੇ, ਪਰ ਸਾਡਾ ਦੁਨਿਆਵੀ ਜੀਵਾਂ ਦਾ ਸ਼ੈਤਾਨੀ ਮਨ ਮਹਾਂਪੁਰਖਾਂ ਦੀਆਂ ਰਮਜਾਂ ਕਿੱਥੇ ਸਮਝਦਾ। ਬਚਨ ਹੈ, ਫਰੀਦਾ ਕੋ ਕਹਿੰਦਿਆ ਚਾਂਗੇਂਦਿਆ, ਮੱਤੀ ਦਿੰਦਿਆ ਨਿਤ, ਜੋ ਸ਼ੈਤਾਨ ਮੰਝਾਇਆ ਸੇ ਕਿਤ ਫੇਰ ਹੈ ਚਿੱਤ। ਚਿਤੋ ਭਲਵਾਨ ਨੇ ਵੀ ਮਨ ਦੇ ਅਧੀਨ ਹੋ ਕੇ ਅੰਮ੍ਰਿਤ ਛਕਣ ਤੋਂ ਮਨਾ ਕਰ ਦਿੱਤਾ। ਚਿਤੋ ਭਲਵਾਨ ਦੀ ਘਰਵਾਲੀ ਬਾਬਾ ਜੀ ਨੂੰ ਛਕਾਉਣ ਵਾਸਤੇ ਦਹੀਂ ਦਾ ਡੂੰਘਾ ਭਰ ਕੇ ਲਿਆਈ, ਪਰ ਬਾਬਾ ਜੀ ਨੇ ਉਹ ਦਹੀਂ ਨਹੀਂ ਛਕਿਆ ਤੇ ਉਸ ਭੈਣ ਨੂੰ ਕਹਿੰਦੇ ਕਿ ਇਹ ਦਹੀਂ ਨੂੰ ਹੁਣ ਰੱਖ ਲਵੋ, ਕੱਲ੍ਹ ਨੂੰ ਕੰਮ ਆਵੇਗਾ। ਮਹਾਂਪੁਰਖ ਆਉਣ ਵਾਲੇ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸਨ। ਬਚਨ ਪੀਐ ਨਾਮ ਵਰਤੇ ਤ੍ਰਿਭਵਨ ਸੋਜੀ ਹੋਏ। ਅਗਲੇ ਦਿਨ ਚਿਤੋ ਭਲਵਾਨ ਘਰ ਵਿੱਚ ਕੰਮ ਕਰ ਰਿਹਾ ਸੀ।
ਉਸਨੇ ਹਥੌੜੀ ਨਾਲ ਬੁਰਜੀ 'ਤੇ ਸੱਟ ਮਾਰੀ ਤਾਂ ਉੱਥੇ ਕੋਈ ਬਿਜਲੀ ਦੀ ਤਾਰ ਹੋਣ ਕਰਕੇ ਉਸ ਨੂੰ ਕਰੰਟ ਪੈ ਗਿਆ। ਬਿਜਲੀ ਦੇ ਕਰੰਟ ਲੱਗਣ ਨਾਲ ਉਸਨੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ। ਅੰਤਮ ਸੰਸਕਾਰ ਤੋਂ ਪਹਿਲਾਂ ਇਸ਼ਨਾਨ ਕਰਾਉਣਾ ਸੀ ਤਾਂ ਚਿੱਤੋ ਭਲਵਾਨ ਦੇ ਸਰੀਰ ਨੂੰ ਉਸੇ ਦਹੀਂ ਨਾਲ ਹੀ ਇਸ਼ਨਾਨ ਕਰਾਇਆ ਗਿਆ। ਇਸੇ ਲਈ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਖੁੰਝਿਆ ਮੌਕਾ ਹੱਥ ਨਹੀਂ ਆਉਂਦਾ, ਪੱਗ ਖਿਸਿਆ ਰਹਿਣਾ ਨਹੀਂ, ਆਗੈ ਠੌਰ ਨਾ ਪਾਏ, ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛਤਾਏ, ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ, ਤਥਾ ਫਿਰ ਵੇਲਾ ਹੱਥ ਨਾ ਆਵਈ, ਜਮ ਕਾ ਡੰਡ ਲਾਗੇ। ਮਹਾਂਪੁਰਖਾਂ ਨੇ ਬਹਾਨੇ ਕਈ ਜੁਗਤੀਆਂ ਵਰਤਦੇ ਹਨ ਕਿ ਜੀਵਾਂ ਦਾ ਭਲਾ ਹੋ ਜਾਵੇ, ਪਰ ਅਸੀਂ ਕਲਯੁਗੀ ਜੀਵ ਮਾਇਆਵੀ ਪਦਾਰਥਾਂ ਵਿੱਚ ਇੰਨੇ ਰੁੱਝ ਚੁੱਕੇ ਹਾਂ ਕਿ ਮਹਾਂਪੁਰਖਾਂ ਦੀ ਕੋਈ ਵੀ ਜੁਗਤੀ ਸਾਡੀ ਸਮਝ 'ਚ ਆਉਂਦੀ ਹੀ ਨਹੀਂ ਅਤੇ ਅਸੀਂ ਮਹਾਂਪੁਰਖਾਂ ਦੇ ਦੱਸੇ ਮਾਰਗ ਤੋਂ ਅਕਸਰ ਭਟਕ ਜਾਂਦੇ ਹਾਂ। ਕਬੀਰ ਸਾਹਿਬ ਜੀ ਵੀ ਬਚਨ ਕਰਦੇ ਹਨ, ਕਬੀਰ ਸਾਚਾ ਸਤਿਗੁਰੂ ਕਿਆ ਕਰੈ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਭਾਈ ਨੰਦ ਲਾਲ ਜੀ ਵੀ ਬਚਨ ਕਰਦੇ ਹਨ ਕਿ ਕਠੋਰ ਚਿਤ ਆਸ਼ਿਕ ਨੂੰ ਪ੍ਰੇਮ ਦੀ ਦਵਾਈ ਕੀ ਕਰੇ, ਜੇ ਤੇਰੇ ਪੈਰ ਹੀ ਲੰਗੜੇ ਹੋਣ ਤਾਂ ਰਹਿਬਰ ਕੀ ਕਰੇ। ਤਬੀਬ ਆਸ਼ਿਕ ਬੇਦਰਦ ਰਾ ਦਵਾ ਚੇ ਕੁਨਦ, ਤੁਰਾ ਕੇ ਪਾਏ ਬਵਦ ਲੰਗ ਰਹਿਨੁਮਾ ਚੇ ਕੁਨਦ। ਇੱਕ ਕਵੀ ਵੀ ਲਿਖਦਾ ਹੈ ਕਿ ਸਤਿਪੁਰਸ਼ਾਂ ਦੀ ਸੰਗਤ ਤਾਂ ਭੁੱਲੇ ਲੋਕ ਲਾਭ ਨਹੀਂ ਉਠਾ ਪਾਉਂਦੇ, ਕਿਉਂਕਿ ਪਾਣੀ ਹਰ ਸ਼ੈ ਨੂੰ ਤਾਂ ਪਵਿੱਤਰ ਕਰ ਦਿੰਦਾ ਹੈ, ਪਰੰਤੂ ਲੋਹਾ ਪਾਣੀ ਵਿੱਚ ਰਹਿ ਕੇ ਜੰਗਾਲ ਨਾਲ ਭਰ ਜਾਂਦਾ ਹੈ। सोहबत अहल सफ़ा से तेरा दिल कब साफ़ हो, जंग से आलूद है हो जाता है आहन आब में। वाहिगुरु जी का खालसा, वाहिगुरु जी की फतेह।